ਨੈਕਸਟ ਬੇਟੇ ਆਪਣੇ ਕੋਲੇ ਐਕਸਪੈਰੀਮੈਂਟਲ ਪ੍ਰੋਬਲਮਸ। ਇਹ ਸਾਡਾ ਇਸ ਲੈਸਨ ਦਾ ਮੋਸਟ ਇੰਪੋਰਟੈਂਟ ਪਾਰਟ ਹੈ, ਕਿਉਂਕਿ ਜਿਹੜਾ 6 ਮਾਰਕਸ ਦਾ ਕੁਐਸਚਨ ਸਾਡੇ ਆਉਂਦਾ ਹੈ ਇਸ ਲੈਸਨ ਦੇ ਵਿੱਚੋਂ, ਉਹ ਆਲਮੋਸਟ ਤਕਰੀਬਨ ਐਸੇ ਹੀ ਪਾਰਟ ਦੇ ਵਿੱਚੋਂ ਸਾਡੇ ਕੋਲੇ ਆਉਂਦਾ ਹੈਗਾ। ਤਾਂ ਇਹਨੂੰ ਬੜੇ ਧਿਆਨ ਨਾਲ ਤੁਸੀਂ ਸਮਝ ਲੈਣਾ ਹੈਗਾ, ਕਿਉਂਕਿ ਜੇ ਸਾਨੂੰ ਇਹਦਾ ਕਨਸੈਪਟ ਕਲੀਅਰ ਹੋ ਗਿਆ ਕਿਸ ਤਰੀਕੇ ਨਾਲ ਇਹ ਕੁਐਸਚਨਸ ਹੁੰਦੇ ਨੇ, ਤਾਂ ਇਹ ਕੁਐਸਚਨ ਮੁਸ਼ਕਿਲ ਨਹੀਂ ਹੈਗੇ, ਬਿਲਕੁਲ ਈਜ਼ੀ ਨੇ। ਤਾਂ ਧਿਆਨ ਨਾਲ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਇਹਦੇ 'ਚ ਪਹਿਲਾ ਐਗਜ਼ਾਮਪਲ ਹੈ ਐਗਜ਼ਾਮਪਲ 9, ਫਾਈਂਡ ਦਾ ਟੂ ਨੰਬਰਸ ਹੂਜ਼ ਸਮ ਇਜ਼ 15 ਐਂਡ ਸਮ ਆਫ ਹੂਜ਼ ਸਕੁਆਇਰਸ ਇਜ਼ ਮਿਨੀਮਮ। ਅਸੀਂ ਇਹੋ ਜਿਹੇ ਦੋ ਪੋਜ਼ੀਟਿਵ ਨੰਬਰ ਫਾਈਂਡ ਕਰਨੇ ਆ ਜਿਨ੍ਹਾਂ ਦਾ ਸਮ ਹੈ ਜਿਹੜਾ ਜੋੜ ਹੈ 15 ਹੋਣਾ ਚਾਹੀਦਾ ਹੈ, ਅਤੇ ਉਹਨਾਂ ਦੇ ਸਕੁਆਇਰ ਕਰਕੇ ਜੇ ਅਸੀਂ ਉਹਨੂੰ ਜੋੜੀਏ ਤਾਂ ਜਿਹੜਾ ਉਸ ਸਮ ਆਊਗਾ ਉਹ ਮਿਨੀਮਮ ਹੋਣਾ ਚਾਹੀਦਾ ਹੈ। ਤਾਂ ਅਸੀਂ ਉਹ ਐਕਸ ਦੀਆਂ ਅਤੇ ਵਾਈ ਦੀਆਂ ਵੈਲਿਊਜ਼ ਫਾਈਂਡ ਕਰਨੀਆਂ ਜਿਨ੍ਹਾਂ ਲਈ ਇਹਨਾਂ ਦਾ ਸਮ ਹੈ ਜਿਹੜਾ ਉਹ ਮਿਨੀਮਮ। ਤਾਂ ਅਸੀਂ ਲੈਟ ਕਰ ਲੈਂਦੇ, ਲੈਟ ਦਾ ਰਿਕੁਆਇਰਡ ਨੰਬਰਸ ਆਰ ਐਕਸ ਐਂਡ ਵਾਈ। ਜੋ ਚੀਜ਼ ਅਸੀਂ ਫਾਈਂਡ ਕਰਨੀ ਹੈ 90% ਕੁਐਸਚਨਸ ਦੇ ਵਿੱਚ ਅਸੀਂ ਉਹੀ ਲੈਟ ਕਰਦੇ ਹੁੰਦੇ ਹਾਂ। ਜਿਵੇਂ ਦੋ ਪੋਜ਼ੀਟਿਵ ਨੰਬਰ ਫਾਈਂਡ ਕਰਨੇ ਅਸੀਂ ਲੈਟ ਕਰਾਂਗੇ, ਲੈਟ ਦਾ ਰਿਕੁਆਇਰਡ ਪੋਜ਼ੀਟਿਵ ਨੰਬਰਸ ਆਰ ਐਕਸ ਐਂਡ ਵਾਈ। ਠੀਕ ਹੈ ਕਿ ਨਹੀਂ? ਐਂਡ ਸਮ ਆਫ ਦੇਅਰ ਸਕੁਆਇਰਸ, ਉਹਨਾਂ ਦੇ ਸਕੁਆਇਰਸ ਦਾ ਜਿਹੜਾ ਸਮ ਹੈ ਉਹ ਐਸ ਹੈ। ਇਹ ਦੋ ਚੀਜ਼ਾਂ ਲੈ, ਠੀਕ ਹੈ ਨਾ। ਹੁਣ ਐਕਸ ਅਤੇ ਵਾਈ ਦੀਆਂ ਅਸੀਂ ਉਹ ਵੈਲਿਊਜ਼ ਫਾਈਂਡ ਕਰਨੀਆਂ ਜਿਨ੍ਹਾਂ ਲਈ ਐਸ ਜਿਹੜਾ ਹੈਗਾ ਉਹ ਮਿਨੀਮਮ। ਠੀਕ ਹੈ ਨਾ। ਅਕੋਰਡਿੰਗ ਟੂ ਦਾ ਕੁਐਸਚਨ ਅਸੀਂ ਲਿਖਦੇ ਹਾਂ। ਅਕੋਰਡਿੰਗ ਟੂ ਦਾ ਕੁਐਸਚਨ ਕੀ ਹੈ, ਇਹ 'ਚ ਦੋ ਚੀਜ਼ਾਂ ਦਿੱਤੀਆਂ, ਟੂ ਪੋਜ਼ੀਟਿਵ ਨੰਬਰਸ ਦਾ ਜਿਹੜਾ ਸਮ ਹੈ ਉਹ 15 ਹੈ, ਯਾਨੀ ਜਿਹੜੇ ਦੋ ਪੋਜ਼ੀਟਿਵ ਨੰਬਰ ਲਏ ਅਸੀਂ ਐਕਸ ਵਾਈ, ਉਹਨਾਂ ਦਾ ਸਮ 15 ਹੈ। ਐਕਸ ਪਲੱਸ ਵਾਈ ਇਕੁਅਲਸ ਟੂ 15, ਪਹਿਲੀ ਗੱਲ। ਠੀਕ ਹੈ। ਅਤੇ ਉਹਨਾਂ ਦੇ ਸਕੁਆਇਰ ਦਾ ਸਮ ਅਸੀਂ ਐਸ ਲਿਆ, ਤਾਂ ਦੋਹਾਂ ਨੂੰ ਸਕੁਆਇਰ ਕਰਕੇ ਜੋੜਾਂਗੇ, ਐਕਸ ਸਕੁਆਇਰ ਪਲੱਸ ਵਾਈ ਸਕੁਆਇਰ, ਉਹ ਕਾਹਦੇ ਇਕੁਅਲ ਹੋਣਾ ਚਾਹੀਦਾ, ਉਹ ਐਸ ਦੇ ਇਕੁਅਲ ਹੋਣਾ ਚਾਹੀਦਾ। ਤਾਂ ਆਹ ਸਾਡਾ ਫੰਕਸ਼ਨ ਆ ਗਿਆ ਜਿਹਨੂੰ ਅਸੀਂ ਮਿਨੀਮਾਈਜ਼ ਕਰਨਾ, ਇਸ ਉੱਤੇ ਗੱਲ ਕਰੀਏ ਨਾ। ਤਾਂ ਇਹਨੂੰ ਅਸੀਂ ਰਿਲੇਟ ਕਰ ਲਈਏ ਪਹਿਲਾਂ ਵਾਲੇ ਕੁਐਸਚਨ 'ਤੇ ਅਸੀਂ ਕੀ ਕਰਕੇ ਆਏ। ਉੱਥੇ ਸਾਨੂੰ ਐਫ ਐਕਸ ਦਿੱਤਾ ਹੁੰਦਾ ਸੀ, ਯਾਦ ਕਰੋ ਪਿੱਛੇ ਜਦੋਂ ਅਸੀਂ ਕੁਐਸਚਨ ਕੀਤੇ ਆ ਐਫ ਐਕਸ ਗਿਵਨ ਹੁੰਦਾ ਸੀ ਸਾਨੂੰ। ਠੀਕ ਹੈ ਨਾ। ਸਾਨੂੰ ਪੁੱਛਿਆ ਜਾਂਦਾ ਸੀਗਾ ਇਹ ਕਿੱਥੇ ਮਿਨੀਮਮ ਹੈ, ਕਿੱਥੇ ਮੈਕਸੀਮਮ ਹੈ, ਕਿੱਥੇ ਦੀ ਵੈਲਿਊ ਮਿਨੀਮਮ, ਕਿੱਥੇ ਮਿਨੀਮਮ ਬਣੇਗਾ, ਕਿੱਥੇ ਮੈਕਸੀਮਮ ਬਣੇਗਾ। ਤਾਂ ਅਸੀਂ ਕੀ ਕਰਦੇ ਸੀ, ਅਸੀਂ ਐਫ ਡੈਸ਼ ਐਕਸ ਫਾਈਂਡ ਕਰਦੇ ਸੀਗੇ, ਹੈ ਨਾ। ਉਹਨੂੰ ਇਕੁਅਲ ਟੂ 0 ਪੁੱਟ ਕਰਕੇ ਕ੍ਰਿਟੀਕਲ ਪੁਆਇੰਟਸ ਫਾਈਂਡ ਕਰ ਲੈਂਦੇ ਸੀ। ਫਿਰ ਅਸੀਂ ਐਫ ਡਬਲ ਡੈਸ਼ ਐਕਸ ਫਾਈਂਡ ਕਰਦੇ ਸੀਗੇ। ਆ ਜਿਹੜੇ ਕ੍ਰਿਟੀਕਲ ਪੁਆਇੰਟਸ ਇੱਥੇ ਫਾਈਂਡ ਹੁੰਦੇ ਸੀ ਉਹ ਇਹਦੇ 'ਚ ਪੁੱਟ ਕਰਕੇ ਦੇਖਦੇ ਸੀ ਐਫ ਡੈਸ਼ ਐਕਸ ਦੀ ਵੈਲਿਊ ਗ੍ਰੇਟਰ ਦੈਨ 0 ਆਉਂਦੀ ਹੈ ਕਿ ਲੈਸ ਦੈਨ 0 ਆਉਂਦੀ ਹੈ ਕਿ ਇਕੁਅਲ ਟੂ 0 ਆਉਂਦੀ ਹੈ। ਉਹਦੇ ਅਕੋਰਡਿੰਗਲੀ ਅਸੀਂ ਦੱਸਦੇ ਸੀਗੇ ਵੀ ਕਿੱਥੇ ਐਫ ਹੈ ਜਿਹੜਾ ਮੈਕਸੀਮਮ ਹੈ, ਕਿੱਥੇ ਮਿਨੀਮਮ, ਹੈ ਨਾ। ਹੁਣ ਇਹਨੂੰ ਅਸੀਂ ਰਿਲੇਟ ਕਰ ਲੈਂਦੇ ਹਾਂ ਐਸ ਨਾਲ, ਜਿਹੜਾ ਹੁਣ ਸਾਡੇ ਕੋਲ ਫੰਕਸ਼ਨ ਹੈ ਐਸ ਹੈ। ਤਾਂ ਐਫ ਐਕਸ ਦੀ ਥਾਂ 'ਤੇ ਸਾਡੇ ਕੋਲ ਇੱਥੇ ਹੈਗਾ ਐਸ। ਅਸੀਂ ਇਹਦਾ ਡੈਰੀਵੇਟਿਵ ਫਾਈਂਡ ਕਰਾਂਗੇ। ਤਾਂ ਕਹਿ ਲਈਏ ਜਿਵੇਂ ਇਹਦਾ ਡੈਰੀਵੇਟਿਵ ਮੰਨ ਲਓ ds ਬਾਈ dx ਫਾਈਂਡ ਕਰਾਂਗੇ, ਉਹਨੂੰ ਇਕੁਅਲ ਟੂ 0 ਪੁੱਟ ਕਰਕੇ ਕ੍ਰਿਟੀਕਲ ਪੁਆਇੰਟਸ ਫਾਈਂਡ ਕਰ ਲਾਂਗੇ, ਜਿਵੇਂ ਮੰਨ ਲਓ C1 C2 ਕੁਛ 2-3 ਆ ਗਏ ਸਾਡੇ ਕੋਲ ਕ੍ਰਿਟੀਕਲ। ਠੀਕ ਹੈ ਨਾ। ਫਿਰ ਅਸੀਂ ਕੀ ਕਰਦੇ ਹਾਂ, ਇਹਦਾ ਜਿਵੇਂ ਇੱਥੇ ਡਬਲ ਡੈਰੀਵੇਟਿਵ ਫਾਈਂਡ ਕੀਤਾ ਹੈ, ਉਹ ਵੀ ਇੱਥੇ ਵੀ ਡਬਲ ਡੈਰੀਵੇਟਿਵ ਫਾਈਂਡ ਕਰਾਂਗੇ, ਡੀ ਸਕੁਆਇਰ ਐਸ ਅਪੋਨ ਡੀ ਐਕਸ ਸਕੁਆਇਰ ਫਾਈਂਡ ਕਰਾਂਗੇ। ਠੀਕ ਹੈ ਨਾ। ਉਹਦੇ ਵਿੱਚ ਆ ਕ੍ਰਿਟੀਕਲ ਪੁਆਇੰਟਸ ਪੁੱਟ ਕਰਕੇ ਦੇਖਾਂਗੇ। ਠੀਕ ਹੈ। ਤਾਂ ਜਿੱਥੇ ਜਿੱਥੇ ਇਹਦੀ ਵੈਲਿਊ ਗ੍ਰੇਟਰ ਦੈਨ 0 ਹੋਏਗੀ ਉੱਥੇ ਮਿਨੀਮਮ ਬਣੇਗਾ, ਜਿੱਥੇ ਲੈਸ ਦੈਨ 0 ਹੋਏਗੀ ਉੱਥੇ ਮੈਕਸੀਮਮ ਬਣੇਗਾ, ਹੈ ਨਾ। ਉੱਥੇ ਐਸ ਦੀ ਵੈਲਿਊ ਮਿਨੀਮਮ ਅਤੇ ਮੈਕਸੀਮਮ ਹੋਏਗੀ। ਠੀਕ ਹੈ ਨਾ। ਤਾਂ ਹੁਣ ਆ ਜਾਓ ਆਪਾਂ, ਇਹ ਸਮਝ ਲੱਗ ਗਈ ਹੋਏਗੀ ਤੁਹਾਨੂੰ ਗੱਲ, ਇਹਦੇ ਨਾਲ ਰਿਲੇਟ ਕਰ ਲਈ ਅਸੀਂ ਗੱਲ ਸਾਰੀ, ਜਿਵੇਂ ਪਹਿਲਾਂ ਕੁਐਸਚਨ ਕਰਕੇ ਉਹਦੇ ਅਕੋਰਡਿੰਗਲੀ ਇਹ ਕੁਐਸਚਨ ਹੋਣਾ। ਤਾਂ ਆ ਸਾਡਾ ਹੁਣ ਫੰਕਸ਼ਨ ਆ ਗਿਆ ਐਸ ਇਕੁਅਲਸ ਟੂ ਐਕਸ ਸਕੁਆਇਰ ਪਲੱਸ ਵਾਈ ਸਕੁਆਇਰ, ਪਰ ਇਹਦੇ 'ਚ ਹੁਣ ਦੋ ਵੇਰੀਏਬਲਸ ਨੇ ਐਕਸ ਅਤੇ ਵਾਈ। ਤਾਂ ਅਸੀਂ ਕੀ ਕਰਾਂਗੇ, ਫਿਰ ਇਹ 'ਚੋਂ ਇੱਕ ਨੂੰ ਖਤਮ ਕਰ ਲਾਂਗੇ, ਕਿਉਂਕਿ ਦੋਵਾਂ ਦੇ ਵਿਦ ਰਿਸਪੈਕਟ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਅਸੀਂ, ਇਹ ਵਿਦ ਰਿਸਪੈਕਟ ਟੂ ਇੱਕੋ ਹੀ ਦੇ ਵੇਰੀਏਬਲ ਦੇ ਡਿਫਰੈਂਸ਼ੀਏਟ ਕਰਨਾ। ਅਸੀਂ ਇੱਕ ਚੀਜ਼ ਨੂੰ ਖਤਮ ਕਰਨਾ, ਜਿਵੇਂ ਇਹ 'ਚੋਂ ਮੰਨ ਲਓ ਵਾਈ ਨੂੰ ਖਤਮ ਕਰਨਾ। ਤਾਂ ਵਾਈ ਨੂੰ ਖਤਮ ਕਰਨ ਦਾ ਕੀ ਤਰੀਕਾ, ਉੱਪਰ ਜਿਹੜਾ ਸਾਡੇ ਕੋਲ ਆ ਰਿਲੇਸ਼ਨ ਦਿੱਤਾ ਹੈ, ਇਹ ਇਸੇ ਕੰਮ ਲਈ ਦਿੱਤਾ ਹੋਇਆ। ਇਹਦੇ 'ਚੋਂ ਅਸੀਂ ਵਾਈ ਦੀ ਵੈਲਿਊ ਕੱਢ ਲਾਂਗੇ। ਵਾਈ ਦੀ ਵੈਲਿਊ ਕੀ ਆ ਜੂਗੀ 15 ਮਾਈਨਸ ਐਕਸ, ਉਹ ਵਾਈ ਦੀ ਵੈਲਿਊ ਵਿੱਚ ਪੁੱਟ ਕਰ ਦੇਣੀ। ਤਾਂ ਇਹ ਆ ਗਿਆ 15 ਮਾਈਨਸ ਐਕਸ। ਹੁਣ ਇਹ 'ਚ ਦੇਖੋ ਵਾਈ ਹੈ ਨਹੀਂ ਨਾ, ਖਤਮ ਹੋ ਗਿਆ ਵਾਈ। ਤਾਂ ਹੁਣ ਇਹਨੂੰ ਓਪਨ ਕਰ ਲਓ, ਐਕਸ ਸਕੁਆਇਰ ਦਾ ਤਾਂ ਐਕਸ ਸਕੁਆਇਰ ਆ ਗਿਆ, ਆ ਏ ਮਾਈਨਸ ਬੀ ਹੋਲ ਸਕੁਆਇਰ ਵਾਲਾ ਫਾਰਮੂਲੇ ਨਾਲ, ਤਾਂ ਏ ਸਕੁਆਇਰ ਪਲੱਸ ਬੀ ਸਕੁਆਇਰ ਮਾਈਨਸ 2ab, ਇਹਦੇ ਨਾਲ ਐਲਸੀਐਮ। ਹੁਣ ਐਕਸ ਸਕੁਆਇਰ ਜੁੜ ਕੇ 2x ਸਕੁਆਇਰ ਹੋ ਗਏ, ਮਾਈਨਸ 30x ਹੋ ਗਿਆ, ਪਲੱਸ 225 ਹੋ ਗਿਆ। ਆ ਸਾਡੀ ਐਸ ਦੀ ਵੈਲਿਊ ਆ। ਠੀਕ ਹੈ ਨਾ।
ਹੁਣ ਅਸੀਂ ਇਹਨੂੰ ਵਿਦ ਰਿਸਪੈਕਟ ਟੂ x ਡਿਫਰੈਂਸ਼ੀਏਟ ਕਰਾਂਗੇ ਕਿਉਂਕਿ ਇਹਦੇ ਚ ਵੇਰੀਏਬਲ x ਹੈ। ਜੇ y ਹੁੰਦਾ ਤਾਂ ਵਿਦ ਰਿਸਪੈਕਟ ਟੂ y ਕਰ ਲੈਣਾ, ਜੇ ਇੱਥੇ t ਹੋਏਗਾ ਤਾਂ ਵਿਦ ਰਿਸਪੈਕਟ ਟੂ t ਕਰ ਲੈਣਾ। ਜੋ ਵੀ ਇੱਥੇ ਵੇਰੀਏਬਲ ਸਾਡੇ ਕੋਲ ਹੋਏਗਾ ਉਹਦੇ ਵਿਦ ਰਿਸਪੈਕਟ ਅਸੀਂ ਇਹਨੂੰ ਡਿਫਰੈਂਸ਼ੀਏਟ ਤਾਂ ਇਹਨੂੰ ਵਿਦ ਰਿਸਪੈਕਟ ਟੂ x ਡਿਫਰੈਂਸ਼ੀਏਟ ਕੀਤਾ ਤਾਂ ਇਹ ਹੋ ਗਿਆ 4x - 30। ਤਾਂ ਕ੍ਰਿਟੀਕਲ ਪੁਆਇੰਟਸ ਫਾਈਂਡ ਕਰਨ ਵਾਸਤੇ ਕੀ ਕਰਾਂਗੇ, ds/dx = 0 ਪੁੱਟ ਕਰ ਦਿਆਂਗੇ। ਠੀਕ ਹੈ, 0 ਪੁੱਟ ਕਰਤਾ। फिर एक आ गया 4x - 30 = 0, तो 4x = 30 हो जाएगा, x = 30/4 यानी 15/2 आ जाएगा। हाँ की आ गया साडा क्रिटिकल पॉइंट आ गया, C1 C2 क्रिटिकल पॉइंट आ गया। तो ये क्रिटिकल पॉइंट सानू पुट करना पेगा ये डबल डेरीवेटिव। तो पहले तो डबल डेरीवेटिव फाइंड करिए। ਇਹਦਾ ਡਬਲ ਡੈਰੀਵੇਟਿਵ ਕੀ ਹੋਏਗਾ, ds/dx ਪਤਾ, ਇਹਨੂੰ ਇੱਕ ਵਾਰੀ ਹੋਰ ਡਿਫਰੈਂਸ਼ੀਏਟ ਕਰ ਦਾਂਗੇ ਤਾਂ d²s/dx² ਇਹਦਾ ਡਿਫਰੈਂਸ਼ੀਏਸ਼ਨ ਆ ਜਾਏਗਾ 4। ਠੀਕ ਹੈ ਨਾ। ਤਾਂ ਆਹ ਕ੍ਰਿਟੀਕਲ ਪੁਆਇੰਟ ਇਹਦੇ ਵਿੱਚ ਪੁੱਟ ਕਰਨਾ ਤਾਂ d²s/dx² ਐਟ x = 15/2 ਕਾਹਦੇ ਇਕੁਅਲ ਆਏਗਾ, 4 ਦੇ ਇਕੁਅਲ ਆ ਜਾਏ ਕਿਉਂਕਿ ਇਹ 'ਚ x ਹੈ ਹੀ ਨਹੀਂ ਸੀਗਾ। ਜੇ x ਹੁੰਦਾ ਤਾਂ ਉਹਦੀ ਵੈਲਿਊ ਅਸੀਂ 15/2 ਪੁੱਟ ਕਰ। ਤਾਂ ਇਹ ਕੀ ਆ ਗਿਆ, ਪੋਜ਼ੀਟਿਵ ਆ ਗਿਆ। ਪੋਜ਼ੀਟਿਵ ਆ ਗਿਆ ਇਹਦਾ ਮਤਲਬ x = 15/2 ਆ ਜਿਹੜਾ ਕ੍ਰਿਟੀਕਲ ਪੁਆਇੰਟ ਹੈ, ਇਸ ਕ੍ਰਿਟੀਕਲ ਪੁਆਇੰਟ ਤੇ s ਦੀ ਜਿਹੜੀ ਵੈਲਿਊ ਹੈ ਉਹ ਮਿਨੀਮਮ ਹੋਏਗੀ। ਠੀਕ ਹੈ ਕਿ ਤਾਂ ਆਹੀ ਅਸੀਂ ਲਿਖਿਆ ਹੈਂਸ s ਇਜ਼ ਮਿਨੀਮਮ ਐਟ x = 15/2। ਠੀਕ ਹੈ ਨਾ। ਇਹ ਤਾਂ ਆ ਗਈ x ਦੀ ਵੈਲਿਊ, ਸਾਨੂੰ y ਦੀ ਵੀ ਚਾਹੀਦੀ ਹੈ। ਤਾਂ ਅਸੀਂ ਆ ਜਿਹੜਾ ਫਸਟ ਸਾਡੇ ਕੋਲ ਰਿਲੇਸ਼ਨ ਸੀ x y ਦਾ, ਇਹਦੇ ਵਿੱਚ x ਦੀ ਵੈਲਿਊ 15/2 ਪੁੱਟ ਕਰ ਦਿਆਂਗੇ, y ਦੀ ਵੈਲਿਊ ਫਾਈਂਡ ਕਰ ਲਾਂਗੇ। ਤਾਂ x ਦੀ ਵੈਲਿਊ 15/2, y ਕੀ ਹੋ ਜਾਊਗਾ 15 - 15/2, ਤਾਂ ਵੀ 15/2। ਠੀਕ ਹੈ ਜੀ। ਹੁਣ ਇਹਦਾ ਅਸੀਂ ਗ੍ਰਾਫ ਵੀ ਦੇਖੋ ਬਣਾਇਆ। ਵੈਸੇ ਗ੍ਰਾਫ ਦੀ ਹੁਣ ਤੁਹਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਬਹੁਤ ਇਹਦੇ ਨਾਲ ਰਿਲੇਟਡ ਤੁਹਾਨੂੰ ਗ੍ਰਾਫ ਬਣਾ ਕੇ ਸਮਝਾ ਦਿੱਤੇ। ਹੁਣ ਚਲੋ ਫਿਰ ਵੀ ਇੱਕ ਬਣਾਇਆ ਤਾਂ ਆਪਾਂ ਕਰ ਲੈਂਦੇ ਹਾਂ। ਤਾਂ ਆਹ ਪੁਆਇੰਟ ਆ ਦੇਖੋ, x = 15/2 ਯਾਨੀ 7.5 ਹੈ ਨਾ। ਇਹਦੇ ਉੱਤੇ ਜਿਹੜਾ ਹੈਗਾ ਫੰਕਸ਼ਨ ਮਿਨੀਮਮ ਹੋਏਗਾ। ਆਹ ਜਿਹੜੀ ਇਹਦੀ ਵੈਲਿਊ ਹੈ s ਦੀ, ਇਹ ਆਪਾਂ ਪਹਿਲਾਂ ਵੀ ਕਰਿਆ ਸੀਗਾ, fx ਦੀ ਵੈਲਿਊ ਹੁੰਦੀ ਹੈ ਇਹ। ਤਾਂ s ਦੀ ਵੈਲਿਊ ਹੈ, s ਦੀ ਵੈਲਿਊ ਜਿੱਦਾਂ x ਦੀ ਵੈਲਿਊ ਇੱਥੇ 7.5 ਭਰਾਂਗੇ ਤਾਂ ਆਹ ਵੈਲਿਊ ਆਏਗੀ 112.5। ਇਹਦੀ ਅਸੀਂ ਫਾਈਂਡ ਕਰਨਾ ਸੀ। ਨੈਕਸਟ ਆਪਣਾ ਐਗਜ਼ਾਮਪਲ 10, example 10, find the shortest distance of point 0 C from parabola y = x² where C is greater than equal to 0 less than equal to 5। ठीक है। तो आ एक पॉइंट है, आ एक पैराबोला है। आ पैराबोला कहो जा देखो x² = y, अपवर्ड पैराबोला है। तो अपवर्ड पैराबोला असी बना लिया। आ 0C पॉइंट y एक्सिस पर होंगे, इन्हें मान लिया 0C। ठीक है ना। C के हम ध्यान रखो C कॉन्स्टेंट है। ठीक है। आ एक असी पॉइंट ले लिया आपदे वालों HK, जिहदा एस गिवन पॉइंट तो डिस्टेंस असी ले लीए भी d है, तो ये जो d डिस्टेंस असी इनू मिनीमाइज करना है भी ये सब तो घट है। असी फाइंड करना कितने भी HK वो पॉइंट है जितों यदा डिस्टेंस सब तो घट है, यानी आ जो g डिस्टेंस है इनू असी मिनीमाइज करना। ठीक है। तो असी की करना, इसे फाइंड करनिया वैल्यूज़ h ते k दियाँ जिहदे लई d की वैल्यू मिनीमम होएगी। ठीक है। ये चीज़ असी फाइंड करनी है, साडा क्वेश्चन बन गया। ठीक है ना। तो इतने डी की वैल्यू की होएगी, डिस्टेंस फार्मूला लाना सानू आउंदा है। डिस्टेंस फार्मूला की होंदा h - 0 का होल स्क्वायर प्लस k - c का होल स्क्वायर का स्क्वायर रूट, आ डी की वैल्यू। ठीक है ना। इन्हों खोल दो ब्रैकेट में, h - 0 का स्क्वायर, तो h का स्क्वायर ही हो गया। आ a - b होल स्क्वायर वाले फार्मूले a² - 2ab + b²। ठीक है। तो आ हम जो एच के पॉइंट है ये पैराबोला के उपर है। पैराबोला की सीगा y = x²। यदा मतलब है जो पॉइंट एच के है इस पैराबोला को सैटिस्फाई करेगा, इस इक्वेशन को सैटिस्फाई करेगा। इतने y की थां ते k, x की थां ते h भरता तो k = h² बन गया। हुण आ साडा क्योंकि फंक्शन से ये दो वेरीएबल से h ते k, तो असीं इत्थों एक चीज़ को खत्म कर लाँगे, h² की थां ते k पुट कर देंगे। तो ये साडा की बन जूगा d = k + k² - 2ck + c²। हुण इह कोई वेरीएबल रह गया k। ठीक है ना। हुण साडा क्वेश्चन बन गया, साडा फंक्शन बन गया। आ वेरीएबल है k, तो असीं d की वैल्यू देखनी है k की किहड़ी वैल्यू लई d की जी वैल्यू है मिनीमम।
ठीक है ना। पर डी की जी हम वैल्यू ये स्क्वायर रूट आ रहा है तो यदा डिफरेंशिएशन थोड़ा जहा मुश्किल होंगे, तो क्वेश्चन ईजी करने वास्ते असीं की कर लिया, यदा स्क्वायर ले लिया डी का स्क्वायर, क्योंकि डी एक पॉजिटिव नंबर डिस्टेंस है ना, डिस्टेंस हमेशा पॉजिटिव ये पॉजिटिव नंबर का स्क्वायर है वो असी जैड ले लिया, जैड इक्वल्स टू डी स्क्वायर, तो यदी वैल्यू की हो जाएगी स्क्वायर रूट हट जाएगा के प्लस के स्क्वायर माइनस 2ck प्लस सी स्क्वायर, ठीक है कि नहीं। तो यदा मतलब की है डी स्क्वायर क्योंकि पॉजिटिव है तो डी का स्क्वायर भी पॉजिटिव होएगा, ठीक है कि नहीं। तो जिथे डी मिनीमम है उत्थे डी स्क्वायर भी, जे डी स्क्वायर मिनीमम कर लेता है तो मतलब डी भी मिनीमम, डी स्क्वायर की है जैड, यदा मतलब जिथे जैड मिनीमम होएगा उत्थे डी मिनीमम होएगा, ठीक है कि नहीं। ये साडा कॉन्सैप्ट है, ये ख्याल रखना जिथे भी साडे कोले इस तरह स्क्वायर रूट आएगा असीं उत्थे इहनूं स्क्वायर करके उहनूं जैड मान लांगे हर बारी, ठीक है कि नहीं। ये होर कोई क्वेश्चन के विच अगे आएगा तो ख्याल रखना है जिथे स्क्वायर रूट उहनूं हटाउण लई असीं डी स्क्वायर कर दिंदे तो इहदी वैल्यू असीं जैड लै ली, ठीक है। हुण जैड नूं असीं डिफरेंशिएट करांगे, जैड नूं असीं चैक करांगे कित्थे मिनीमम है, जिथे जैड मिनीमम होगा उत्थे डी मिनीमम, बस इन्नी गल ख्याल। तो जैड नूं असीं डिफरेंशिएट करदा डी जैड बाय डी के, आ हो गया 1, इत्थे हो जाऊगा 2k, इत्थे हो जाऊगा 2c, सी कॉन्स्टेंट है, के दी वैल्यू डिफरेंशिएशन 1 हो जाएगा, ठीक है। आ सी स्क्वायर क्योंकि कॉन्स्टेंट है तो डिफरेंशिएशन 0 हो जाएगा। क्रिटिकल पॉइंट फाइंड करने वास्ते असीं डी जैड बाय डी के इक्वल टू 0 पुट करता, तो 1 प्लस 2k माइनस 2c इक्वल टू 0 हो जाएगा। और 2c तो 1 जो कॉन्स्टेंट से इधर चले गए, 2c पॉजिटिव हो गया 1 नैगेटिव हो गया, तो k की वैल्यू की आ जाएगी 2c माइनस 1/2, ठीक है ना। हुण असीं इहदा डबल डेरिवेटिव फाइंड करिए वो k की वैल्यू पुट कर दी है ना, तो डिफरेंशिएशन कर दें असीं इहदा तो की हो जाएगा, तो 0 होएगा, 2k का डिफरेंशिएशन 2 हो जाएगा, और डिफरेंशिएशन k का 0 हो जाएगा क्योंकि कॉन्स्टेंट आ भी कॉन्स्टेंट सी आ भी कॉन्स्टेंट, तो 2k का डिफरेंशिएशन जाएगा 2, ठीक है ना। ये असीं एट k इक्वल टू 2c माइनस 1/2 तो यदी वैल्यू फाइंड करेंगे तो आही आ जाऊ, क्योंकि की ये है नहीं सीगा, तो यदा मतलब k इक्वल टू 2c माइनस 1 के उत्ते जिहड़ा z साडे कोले फंक्शन सीगा वो मिनीमम से, हुण क्योंकि z मिनीमम सी तो डी भी मिनीमम, असीं पहलां गल कर ली इहदे बारे, तो डी भी इत्थे है, देयरफॉर डिस्टेंस d इज़ मिनीमम एट k इक्वल टू 2c माइनस 1/2। तो ये तो पता लग गया भी मिनीमम कित्थे है, हुण कितना है मिनीमम ये भी फाइंड करना, क्योंकि सानू कहा फाइंड द मिनीमम डिस्टेंस, शॉर्टेस्ट डिस्टेंस फाइंड करो, ठीक है कि नहीं। तो डिस्टेंस फाइंड करो तो मतलब डी दे विच असीं वैल्यू पुट करांगे के दी वैल्यू निकले ना, के दी वैल्यू ये डी दे विच पुट कर देंगे थर्ड दे विच, तो रिक्वायर्ड शॉर्टेस्ट डिस्टेंस की हो जाऊगा के स्क्वायर आ सीगा साडे कोल थर्ड जिहड़ा सीगा साडा अपना रिजल्ट, ਉਹਦੇ ਵਿੱਚ k ਦੀ वैल्यू पुट कर देनी सी 2c माइनस 1, तो k ਦੀ ਥਾਂ ਤੇ आ गया 2c माइनस 1/2, ਇੱਥੇ भी आ गया 2c माइनस 1/2 ਦਾ ਹੋਲ ਸਕੁਆਇਰ, ਇੱਥੇ भी 2c इंटू k ਦੀ ਥਾਂ ਤੇ 2c माइनस 1/2 प्लस c, तो ब्रैकेट्स ओपन कर देंगे, आ तो एम ही है, यदा ओपन करेंगे तो यह हो जाऊगा 2c माइनस 1 का होल स्क्वायर बटा 2 का स्क्वायर 4 हो जाऊगा, और 2c इंटू 2c माइनस 1 मल्टीप्लाई कर देंगे, हो जाऊगा 4c स्क्वायर माइनस 2c, इतने 2 ਨਾਲ 2 कैंसल भी कर सकते थे पर असीं करते नहीं क्योंकि एलसीएम लेना सम करना होंगे करके नहीं असीं कैंसल किया, तो 4 एलसीएम इत्थे ले लिया, ठीक है ना। तो 4 एलसीएम लैन तो बाद सॉल्व किया तो आ गई साडी टी की वैल्यू, तो आ साडा शॉर्टेस्ट डिस्टेंस हो गया, घट्टो घट्ट वैल्यू हो गई। घट्टो घट्ट का किवें पता लग्या, क्योंकि असीं इत्थे देख लिया सीगा भी जिथे के दी आ वैल्यू है उत्थे जिहड़ा हैगा डी है वो मिनीमम, तो वो के दी वैल्यू भरे तो डी की मिनीमम वैल्यू आ जाएगी, यही फाइंड करना। नेक्स्ट एग्जांपल है एग्जांपल 11, लेट ए पी एंड बी क्यू बी टू वर्टिकल पोल्स एट पॉइंट ए एंड बी रिस्पैक्टिवली। ਇਹਦਾ फिगर बनाइए नाल दी नाल, आ ए ते बी दो पॉइंट ने जिन्हां दे उत्ते दो वर्टिकल पोल्स खड़ਵੇਂ रूप में दो पोल ने। इफ ए पी इज़ 16 मीटर एंड बी क्यू इज़ 22 मीटर एंड ए बी इक्वल्स टू 20 मीटर। आ ए पी जिहड़ा पोल है ये 16 मीटर लंबा है, बी क्यू जिहड़ा हैगा ये 22 मीटर का है, तो ए ते बी दे विचाले ए बी डिस्टेंस है जिहड़ा ये 20 मीटर, ठीक है ना। दैन फाइंड द डिस्टेंस ऑफ अ पॉइंट आर ऑन ए बी फ्रॉम ए बी के उत्ते एक पॉइंट आर जिहदा डिस्टेंस ए तो फाइंड करना है। इस तरह फाइंड करना है
ਵੀ RP² plus RQ² इज़ मिनिमम। RP² आ वाली दा स्क्वायर ते RQ² ਇਹਦਾ स्क्वायर ਦਾ ਸਮ ਹੈ ਜਿਹੜਾ ਉਹ ਮਿਨੀਮਮ ਹੋਵੇ। ਠੀਕ ਹੈ ਨਾ, ਯਾਨੀ ਆਹ ਡਿਸਟੈਂਸ ਅਸੀਂ ਫਾਈਂਡ ਕਰਨਾ ਕਿਹੜੇ ਕਿੰਨੇ ਡਿਸਟੈਂਸ ਲਈ ਇਹਦਾ ਸਕੁਆਇਰ ਪਲੱਸ ਇਹਦਾ ਸਕੁਆਇਰ ਮਿਨੀਮਮ ਹੋਏਗਾ। ਠੀਕ ਹੈ ਨਾ, ਜਿਹੜੀ ਚੀਜ਼ ਅਸੀਂ ਫਾਈਂਡ ਕਰਨੀ ਉਹਨੂੰ x ਲੈ ਲਿਆ, ਲੈਟ AR ਇਕੁਅਲ ਟੂ x। ਤਾਂ AR ਜਦੋਂ x ਲੈ ਲਿਆ ਤਾਂ ਆ ਜਿਹੜਾ RB ਹੈ ਇਹ ਕਿੰਨਾ ਬਚ ਗਿਆ, ਆ ਸਾਰਾ ਟੋਟਲ ਇੱਥੋਂ ਲੈ ਕੇ ਇੱਥੋਂ ਤੱਕ 20 ਸੀ, ਉਹ ਚੋਂ x ਮਾਈਨਸ ਕਰ ਦਈਏ ਤਾਂ ਇਹ ਹੋ ਜਾਊਗਾ 20 - x। ਹੁਣ ਅਸੀਂ RP² ਦੀ ਵੈਲਿਊ ਫਾਈਂਡ ਕਰਾਂਗੇ। ਇਹ ਕਿਵੇਂ ਹੋਏਗੀ, ਆ ਸਾਡੇ ਕੋਲ ਇੱਕ ਰਾਈਟ ਟਰਾਇੰਗਲ ਹੈ ਤਾਂ ਇਹਦੇ 'ਚ ਆ ਹਾਈਪੋਟੇਨਸ RP²। ਹਾਈਪੋਟੇਨਸ ਦਾ ਸਕੁਆਇਰ ਕਾਹਦੇ ਇਕੁਅਲ ਹੁੰਦਾ, ਪਰਪੈਂਡੀਕੂਲਰ ਸਕੁਆਇਰ ਪਲੱਸ ਬੇਸ ਦਾ ਸਕੁਆਇਰ, ਯਾਨੀ 16 ਦਾ ਸਕੁਆਇਰ ਪਲੱਸ x ਦਾ ਸਕੁਆਇਰ ਆ ਗਿਆ। RP² ਇਕੁਅਲਸ ਟੂ x² ਪਲੱਸ 16²। ਇਸੇ ਤਰ੍ਹਾਂ RQ² ਇਕੁਅਲਸ ਟੂ ਕੀ ਹੋਏਗਾ, ਇਹਦਾ ਸਕੁਆਇਰ ਪਲੱਸ ਇਹਦਾ ਸਕੁਆਇਰ, ਤਾਂ ਇਹ ਹੋ ਗਿਆ 20 - x ਦਾ ਸਕੁਆਇਰ ਪਲੱਸ 22 ਦਾ। ਠੀਕ ਹੈ, ਹੁਣ ਇਹਨਾਂ ਦੋਵਾਂ ਦਾ ਸਮ, ਕਿਉਂਕਿ ਸਾਡੇ ਕੋਲੇ ਜੋ ਕੁਐਸਚਨ ਦੇ ਵਿੱਚ ਕਿਹਾ ਸੀਗਾ ਉਹ ਇਹਨਾਂ ਦੋਹਾਂ ਦੇ ਸਮ ਨੂੰ ਮਿਨੀਮਾਈਜ਼ ਕਰਨਾ, ਤਾਂ ਪਹਿਲਾਂ ਇਹਨਾਂ ਦੋਵਾਂ ਦੇ ਸਮ ਦੀ ਵੈਲਿਊ ਫਾਈਂਡ ਹੋਏਗੀ, ਫਿਰ ਹੀ ਸਾਨੂੰ ਪਤਾ ਚੱਲੇਗਾ ਵੀ ਕਿੱਥੇ ਮਿਨੀਮਮ ਹੈ। ਤਾਂ ਇਹਨਾਂ ਦੋਵਾਂ ਦਾ ਸਮ ਕਿਵੇਂ ਹੋਏਗਾ, ਇਹਨਾਂ ਦੋਵਾਂ ਨੂੰ ਜੋੜ ਦਿਆਂਗੇ, ਰਾਈਟ, ਇਹਨਾਂ ਦੀਆਂ ਵੈਲਿਊਜ਼ ਜੋੜ ਦਿਓ। ਇਹਦੀ ਵੈਲਿਊ ਆ ਸੀਗੀ, ਇਹਦੀ ਵੈਲਿਊ ਆ ਸੀ, ਦੋਨੇ ਜੋੜਦੀਆਂ। ਠੀਕ ਹੈ, ਇਹ 'ਚ ਓਪਨ ਕਰ ਦਿਓ ਜਿਹੜਾ ਕੁਛ ਖੋਲ੍ਹਣ ਵਾਲਾ, ਆ 16 ਦਾ ਸਕੁਆਇਰ 256 ਹੋ ਗਿਆ, ਆ a - b ਹੋਲ ਸਕੁਆਇਰ ਨਾਲ ਖੁੱਲ੍ਹ ਗਿਆ, a² - 2ab + b² ਤੇ 22 ਦਾ ਸਕੁਆਇਰ 484 ਆ ਗਿਆ। ਠੀਕ ਹੈ ਨਾ, ਹੁਣ ਐਡ ਕਰ ਦਿਓ x² ਜੁੜ ਕੇ 2x² ਹੋ ਗਏ -40x, ਇਹਨਾਂ ਸਾਰਿਆਂ ਦਾ ਸਮ ਹੈ ਜਿਹੜਾ 1140 ਆ। ਠੀਕ ਹੈ, ਆ ਜਿਹੜੀ ਚੀਜ਼ ਆ ਗਈ ਇਹ ਸਾਡਾ ਹੁਣ ਰਿਕੁਆਇਰਡ ਫੰਕਸ਼ਨ ਹੈ, ਇਹਨੂੰ ਅਸੀਂ s ਲੈ ਲੈਣਾ, ਲੈਟ s ਇਕੁਅਲਸ ਟੂ RP² ਪਲੱਸ RQ² ਤੇ ਇਹਦੀ ਵੈਲਿਊ ਆ ਇੱਥੇ ਲਿਖ ਲਈ ਜਿਹੜੀ ਅਸੀਂ ਉੱਪਰ ਫਾਈਂਡ ਕੀਤੀ ਸੀ। ਹੁਣ ਅਸੀਂ ਫਾਈਂਡ ਕਰਨਾ, ਹੁਣ ਸਾਡਾ ਕੁਐਸਚਨ ਬਣ ਗਿਆ ਇੱਥੇ ਆ ਕਿ ਆ ਸਾਡਾ ਫੰਕਸ਼ਨ ਬਣ ਗਿਆ s, ਜਿਹਨੂੰ ਅਸੀਂ ਮਿਨੀਮਾਈਜ਼ ਕਰਨਾ ਹੈ ਤੇ ਅਸੀਂ ਚੈੱਕ ਕਰਨਾ x ਦੀ ਕਿਹੜੀ ਵੈਲਿਊ ਲਈ s ਹੈ ਜਿਹੜਾ ਉਹ ਮਿਨੀਮਮ ਹੈ। ਠੀਕ ਹੈ ਨਾ, x ਦੀ ਕਿਹੜੀ ਵੈਲਿਊ ਲਈ s ਮਿਨੀਮਮ ਹੈ। ਤਾਂ ਅਸੀਂ ਤਰੀਕਾ ਇੱਥੋਂ ਤੱਕ ਸਾਨੂੰ ਥੋੜ੍ਹੀ ਜਿਹੀ ਦੇਖੋ ਕਰਨ 'ਚ ਦਿੱਕਤ ਆਉਂਦੀ ਹੈ ਕੁਐਸਚਨ ਨੂੰ, ਇੱਥੇ ਤੱਕ ਮਿਹਨਤ ਕਰਨੀ ਪੈਂਦੀ ਥੋੜ੍ਹੀ ਜਿਹੀ। ਇਸ ਤੋਂ ਬਾਅਦ ਸਾਰੇ ਕੁਐਸਚਨ ਇਸ ਤੋਂ ਬਾਅਦ ਸੇਮ ਹੀ ਹੁੰਦੇ ਆ। ਹੁਣ s ਦੀ ਵੈਲਿਊ ਸਾਡੇ ਕੋਲ ਆ ਗਈ ਤਾਂ ਅਸੀਂ ਇਹਨੂੰ ਡਿਫਰੈਂਸ਼ੀਏਟ ਕਰ ਲਿਆ ਤੇ ਕ੍ਰਿਟੀਕਲ ਪੁਆਇੰਟ ਫਾਈਂਡ ਕਰ ਲਿਆ, x ਦੀ ਵੈਲਿਊ 10 ਆ ਗਈ। ਇਹ x ਦੀ ਵੈਲਿਊ 10 ਹੈ ਜਿਹੜੀ ਅਸੀਂ ਇਹਦੇ ਡਬਲ ਡੈਰੀਵੇਟਿਵ ਦੇ ਵਿੱਚ ਪੁੱਟ ਕਰਾਂਗੇ, ਤਾਂ ਪਹਿਲਾਂ ਤਾਂ ਡਬਲ ਡੈਰੀਵੇਟਿਵ ਫਾਈਂਡ ਕਰਿਆ 4 ਆ ਗਿਆ, ਤਾਂ d² s/dx² x = 10 = ਕਿੰਨਾ ਆ ਜਾਊਗਾ, ਉਹ ਵੀ 4 ਆ ਜਾਊਗਾ ਕਿਉਂਕਿ x ਇਹਦੇ ਵਿੱਚ ਹੈ ਹੀ ਨਹੀਂ ਸੀਗਾ। ਤਾਂ ਇਹ ਪੋਜ਼ੀਟਿਵ ਆ ਗਿਆ, ਪੋਜ਼ੀਟਿਵ ਆ ਗਿਆ ਦਾ ਮਤਲਬ x = 10 ਤੇ s ਦੀ ਜਿਹੜੀ ਵੈਲਿਊ ਹੈ ਉਹ ਮਿਨੀਮਮ ਹੋਏਗੀ, ਹੈਂਸ s ਇਜ਼ ਮਿਨੀਮਮ ਐਟ x = 10। ਇਹੀ ਫਾਈਂਡ ਕਰਨਾ ਸੀ। ਦੇਖੋ AR ਦੀ ਵੈਲਿਊ ਫਾਈਂਡ ਕਰਨੀ ਸੀ, AR ਦੀ ਵੈਲਿਊ ਸਾਡੀ 10 ਹੈ। ਠੀਕ ਹੈ, ਤਾਂ ਸਾਡਾ ਦੇਖੋ ਫੰਕਸ਼ਨ ਸੀਗਾ, ਠੀਕ ਹੈ ਨਾ, ਗ੍ਰਾਫ ਬਣਾਇਆ ਹੋਇਆ, ਤਾਂ x ਦੀ ਵੈਲਿਊ 10 ਦੇ ਉੱਤੇ ਇਹ ਜਿਹੜਾ ਗ੍ਰਾਫ, ਇਹ ਜਿਹੜੀ s ਹੈ ਮਿਨੀਮਮ ਹੈ। ਠੀਕ ਹੈ ਨਾ, ਤੇ ਇਹਦੀ ਆ ਮਿਨੀਮਮ ਵੈਲਿਊ ਹੈ। ਜੇ ਤੁਹਾਨੂੰ ਕੋਈ ਪੁੱਛ ਵੀ ਲਵੇ ਵੀ ਦੱਸੋ ਇਹਦੀ ਮਿਨੀਮਮ ਵੈਲਿਊ ਕਿੰਨੀ ਹੋਏਗੀ, ਤਾਂ s ਦੀ ਵੈਲਿਊ x ਦੀ ਵੈਲਿਊ ਵਿੱਚ ਪੁੱਟ ਕਰਕੇ s ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ਨੈਕਸਟ ਐਗਜ਼ਾਮਪਲ 12, if the lengths of three sides of trapezium other than base are equal to 10, then find the area of trapezium when it is maximum। ਏਰੀਆ ਫਾਈਂਡ ਕਰਨਾ ਹੈ ਕਦੋਂ ਮੈਕਸਿਮਮ ਹੋਏਗਾ ਤੇ ਕਿੰਨਾ ਹੋਏਗਾ। ਠੀਕ ਹੈ, ਆ ਟ੍ਰਪੇਜ਼ੀਅਮ ਅਸੀਂ ਬਣਾ ਲਿਆ, ਇਹਦੇ ਵਿੱਚ ਤੁਸੀਂ ਦੇਖੋ ਬੇਸ ਨੂੰ ਛੱਡ ਕੇ ਬਾਕੀ ਦੀਆਂ ਤਿੰਨੋਂ ਸਾਈਡ ਜਿਹੜੀਆਂ ਹੈਗੀਆਂ ਉਹ 10 ਸੈਂਟੀਮੀਟਰ ਦੀਆਂ। ਠੀਕ ਹੈ ਨਾ, ਤੇ ਅਸੀਂ ਕੀ ਕੀਤਾ, ਇਸ ਪੁਆਇੰਟ ਨਾਲ ਦੋਨੋਂ ਪੁਆਇੰਟਸ ਤੋਂ ਜੀ ਇਹ ਅਸੀਂ ਪਰਪੈਂਡੀਕੂਲਰ ਡਰਾ ਕਰ ਰਹੇ। ਪਰਪੈਂਡੀਕੂਲਰ ਡਰਾ ਕਰਨ ਨਾਲ ਕੀ ਹੋਏਗਾ, ਆ ਜਿਹੜਾ ਸਾਡੇ ਕੋਲੇ ਬਣ ਗਿਆ ਇਹ ਇੱਕ ਰੈਕਟੈਂਗਲ ਬਣ ਗਿਆ, ਤਾਂ ਜੇ ਆਹ ਸਾਈਡ 10 ਹੈ ਇਹਦੀ ਆਪੋਜ਼ਿਟ ਸਾਈਡ ਵੀ 10 ਹੋਏਗੀ। ਤੇ ਹੁਣ ਅਸੀਂ ਇਹਦਾ ਏਰੀਆ ਫਾਈਂਡ ਕਰਨਾ ਟ੍ਰਪੇਜ਼ੀਅਮ ਦਾ। ਟ੍ਰਪੇਜ਼ੀਅਮ ਦਾ ਏਰੀਆ ਕੀ ਹੁੰਦਾ ਤੁਹਾਨੂੰ ਯਾਦ ਹੋਣਾ, a = 1/2 into sum of parallel lines multiplied by height। ਸਮ ਆਫ ਪੈਰਲਲ ਲਾਈਨਸ, ਜਿਹੜੀਆਂ ਦੋ ਪੈਰਲਲ ਲਾਈਨਸ ਨੇ ਇਹਨਾਂ ਦਾ ਸਮ ਤੇ ਹਾਈਟ। ਤਾਂ ਸਾਨੂੰ ਇਹ ਤਿੰਨੇ ਚੀਜ਼ਾਂ ਚਾਹੀਦੀਆਂ ਪਹਿਲਾਂ ਏਰੀਆ ਦੇ ਵਿੱਚ ਪੁੱਟ ਕਰਨ ਵਾਸਤੇ। ਤਾਂ ਪਹਿਲਾਂ ਤਾਂ ਇਹਦੀ ਹਾਈਟ ਦੇਖੋ, ਹਾਈਟ ਇਹਦੀ ਆਹ ਵਾਲੀ ਹੈ। ਠੀਕ ਹੈ ਕਿ ਨਹੀਂ, ਤੇ ਹਾਈਟ ਫਾਈਂਡ ਕਰਨ ਵਾਸਤੇ ਅਸੀਂ ਕੀ ਕਰੀਏ, ਆ ਰਾਈਟ ਟਰਾਇੰਗਲ ਦਾ ਯੂਜ਼ ਕਰ ਸਕਦੇ ਹਾਂ। ਰਾਈਟ ਟਰਾਇੰਗਲ ਦੇ ਵਿੱਚ ਆ ਪਰਪੈਂਡੀਕੂਲਰ ਹੈ, ਆ ਹਾਈਪੋਟੇਨਸ ਹੈ, ਆ ਬੇਸ ਹੈ। ਤਾਂ ਪਰਪੈਂਡੀਕੂਲਰ ਇਕੁਅਲਸ ਟੂ ਕੀ ਹੁੰਦਾ, ਸਕੁਆਇਰ ਰੂਟ ਆਫ
ਹਾਈਪੋਟੇਨਸ ਦਾ ਸਕੁਆਇਰ ਮਾਈਨਸ ਬੇਸ ਦਾ ਸਕੁਆਇਰ, ਤਾਂ 10 ਦਾ ਸਕੁਆਇਰ ਮਾਈਨਸ x ਦਾ ਸਕੁਆਇਰ, ਇਹ ਸਾਡਾ ਹਾਈਟ ਆ ਗਈ ਇਹਦੀ ਚੋਂ ਪਹਿਲੀ ਸਕੁਆਇਰ ਰੂਟ ਆਫ। ਠੀਕ ਹੈ, ਤੇ ਆ ਉੱਪਰਲੀ ਪੈਰਲਲ ਲਾਈਨ ਤਾਂ 10 ਹੈ, ਹੇਠਲੀ ਪੈਰਲਲ ਲਾਈਨ ਕੀ ਹੋ ਜੂਗੀ 10 + x + x, यानी 10 + 2x हो जाएगी। ये हो जाएगी है 10 + x + x, ये हो जाएगी 10 + 2x ਜਾਂ कह लो 2x + 10। तो हुण असीं वैल्यूज़ उस पुट कर दी, आ भी पता लग गई सानूं, आ भी पता चल गई, आ भी पता चल गई। तो 1/2 सम ऑफ पैरेलल लाइन्स मल्टीप्लाइड बाय हाइट, तो 1/2 तो सम ऑफ पैरेलल लाइन्स क्या आ जाऊगा 2x + 10 + 10, 2x + 10 + 10, ठीक है ना, इंटू हाइट आ हाइट। ठीक है, तो आ 2x + 20 हो गया, ये 2 कॉमन कढ़ लीए तो ये बचूगा x + 10, आ 2 ना 2 कैंसिल, ये बचा x + 10 स्क्वायर रूट ऑफ 100 - x स्क्वायर। हुण इह क्योंकि स्क्वायर रूट आ गया तो पिछे जिवें तुहानूं समझाया सी उस तरीके नाल इहनूं असीं स्क्वायर करके z दे इक्वल पुट कर लेंगे, तो z = आ जाएगा x + 10 दा होल स्क्वायर इंटू ਇਹਦਾ स्क्वायर रूट हट जाऊगा 100 - x स्क्वायर। ठीक है, हुण जिथे z मैक्सीमम होएगा a की वैल्यू भी उत्थे मैक्सीमम होएगी, तो असीं z नूं पता करिए कित्थे मैक्सीमम है, a की वैल्यू उत्थे मैक्सीमम हो जाएगी। तो dz/dx फाइंड करते हैं, इत्थे u भी फार्मूला लगेगा, u * v है, तो पहले असीं की करिया u का डिफरेंशिएशन करता, v नूं छड्डता, फिर v का डिफरेंशिएशन करता, u नूं छड्डता, v का डिफरेंशिएशन क्या आ जाऊगा -2x आ जाऊगा, ਇਹਦਾ डिफरेंशिएशन क्या आ जाऊगा 2 × x + 10, 2 × x + 10। ठीक है जी, आ 2 कॉमन है, देखो दोवां च 2 कॉमन कढ़ लिया, x + 10 भी कॉमन है, वो भी कॉमन कढ़ लिया, इत्थे आ चीज़ बची है 100 - x स्क्वायर, इत्थे की बचा -x मल्टीप्लाइड बाय 10x + 10 की एक पावर बचूगी -x मल्टीप्लाइड बाय x + 10, ब्रैकेट्स ओपन करते -x - 10x, आ दोवें ऐड करते -2x हो गया। ठीक है, ये -2 कॉमन कट्टांगे, सारे चो -2 कॉमन कट्टांगे तो आ गया -4, इतने थोड़ा करैक्शन है कर लेना आप, -2 × 2 -4 हो जाएगा, x + 10 हो जाए इन्हों के सब के, क्योंकि माइनस कॉमन लिया सब के साइन चेंज हो जाएंगे, तो 2 बाहर चला जाएगा, इतों 2 बाहर चला गया तो x बचा साइन चेंज होकर पॉजिटिव, इतों 2 बाहर गया तो 5 बचा तो साइन चेंज हो गया पॉजिटिव, इतों 2 बाहर गया तो 50 बचा तो साइन चेंज होकर नैगेटिव। ठीक हो गया, हुण ਇਹਦੇ फैक्टर करने अंदर वाले, ਇਹਦੇ फैक्टर x² मिड टर्म स्प्लिट करके असीं 2 टर्म के स्प्लिट करके असीं इहनूं फैक्टराइज करांगे, ये आ जाऊगा x + 10 × x - 5, x + 10 है जिहड़ा वो बाहरले x + 10 नाल मल्टीप्लाई होकर इसकी पावर 2 हो, तो -4x + 10 की पावर 2 मल्टीप्लाइड बाय x - 5। ठीक है जी, तो क्रिटिकल पॉइंट फाइंड करने वास्ते असीं dz/dx = 0 पुट करते हैं, अब पुट करता, ये तो 2 क्रिटिकल पॉइंट आ गए -10 ते 5, पर x साडे कोल तुसीं देखदे हो x की सीगा डिस्टेंस सीगा, ਇਹਦਾ मतलब x नैगेटिव नहीं हो सकता, असीं नैगेटिव जी वैल्यू यदि छड्ड देनी है, x = 5 आंसर आ जाएगा, क्रिटिकल पॉइंट आ जाएगा। हुण असीं इहनूं फिर दोबारा डिफरेंशिएट करांगे, डबल डेरिवेटिव फाइंड करना z का, d²z/dx फाइंड करना, फिर इत्थे u भी फार्मूला लगेगा, -4 नूं बाहर रख लांगे, ये तो u भी फार्मूला लगेगा, अच्छा देख लो करता। ठीक है, इस तो बाद इहनूं असीं सॉल्व करन दे चक्कर च नहीं पैना, क्योंकि सानूं चाहिदी हुंदी है d²z/dx² एट x = क्रिटिकल पॉइंट। ठीक है ना, एट x = 5 ਇਹਦੇ ਚ पुट कर दो, जिथे जिथे x उत्थे 5 पुट करता, इत्थे भी 5, इत्थे भी 5, इत्थे भी 5, हाँ 5 × 5 0, 5 - 5 0 हो गया, तो सारा पोर्शन 0 ना मल्टीप्लाई होने करके 0 हो गया, ताकि बचा -4 × 5 + 10 15 का स्क्वायर, की आ गया है नैगेटिव आ गया, नैगेटिव आने का मतलब कि हो गया एट x = 5 z इज़ मैक्सीमम, तो z मैक्सीमम है तो a भी मैक्सीमम होएगा इस पॉइंट पे, तो a मैक्सीमम है तो a की वैल्यू कितनी होएगी, a की वैल्यू असीं जिथे साडे कोल शुरू च a की वैल्यू सी वो x की थां ते 5 पुट कर देंगे, तो जो 5 + 10 आ हो जाएगा 100 - 5 का स्क्वायर, आ हो गया 5 + 10 100 - 5 का स्क्वायर, 5 + 10 15 हो गया, आ हो गया 75,
ਤੇ 75 ਦੇ ਅੱਗੇ ਫੈਕਟਰ ਕਰੀਏ ਤਾਂ ਕੀ ਬਣਦੇ ਨੇ? ਇਹ ਆ ਜਾਊਗਾ 15 ਤਾਂ ਬਹੁਤ ਹੈਗੀ ਹੈ। 75 ਦੇ ਫੈਕਟਰ ਆ ਜਾਣਗੇ 3 × 5 × 5 ਆ ਦੋ 5 ਦੇ ਵਿੱਚੋਂ 5 ਬਾਹਰ ਆ ਜਾਊਗਾ ਤੇ ਹੋ ਜਾਊਗਾ 15 ਨਾਲ ਮਲਟੀਪਲਾਈ 5 × 15 × 5 ਤੇ ਸਕੁਆਇਰ ਰੂਟ ਦੇ ਵਿੱਚ ਵਜਿਆ 3 ਇਹ ਹੋ ਗਿਆ 75 √3 ਆ ਸਾਡਾ